प्यारे विद्यार्थियों सत श्री अकाल। मैं हरजिंदर कौर तुहाडी पंजाबी विषय की अध्यापका तुहाडा पंजाबी जमात विच स्वागत करदी हाँ। हाँ जी प्यारे विद्यार्थियों, अज असीं तुहाडी पाठ पुस्तक ਸਾਹਿਤ माला ਦਾ ਸਿਲੇਬਸ ਆਰੰਭ ਕਰਨ जा रहे हाँ। बेटा देखो, पंजाबी ਸਾਹਿਤ माला ਦੇ ਵਿੱਚ ਤੁਹਾਡੇ ਕਵਿਤਾ ਅਤੇ ਵਾਰਤਕ ਦੋਨੋਂ रूप हैं, पंजाबी वार्तक ਅਤੇ पंजाबी कविता। हाँ जी बेटा देखो, इस दी विषा सूची देखो। विषा सूची ਦੇ ਵਿੱਚ देखो ਤੁਹਾਡੇ कविता भाग ਦੇ ਵਿੱਚ भी 5 भाग हैं ਅਤੇ ਵਾਰਤਕ ਭਾਗ ਦੇ ਵਿੱਚ ਵੀ ਤੁਹਾਡੇ 5 ਭਾਗ ਹਨ। ਅੱਜ ਆਪਾਂ ਤੁਹਾਡੀ ਸਾਹਿਤ ਮਾਲਾ ਪੁਸਤਕ ਦੇ ਵਿੱਚ ਦਰਜ ਕਵਿਤਾ ਭਾਗ ਕਰਨ ਜਾ ਰਹੇ ਹਾਂ। ਕਿਹੜਾ ਭਾਗ ਕਰਨ ਜਾ ਰਹੇ ਹਾਂ? ਕਵਿਤਾ ਭਾਗ। ਕਵਿਤਾ ਭਾਗ ਦੇ ਵਿੱਚ ਤੁਹਾਡਾ ਪਹਿਲਾ ਵਿਸ਼ਾ ਹੈ ਸੋ ਕਿਉਂ ਮੰਦਾ ਆਖੀਐ। ਕਿਹੜਾ ਵਿਸ਼ਾ ਹੈ? ਸੋ ਕਿਉਂ ਮੰਦਾ ਆਖੀਐ। ਇਹ ਕਿਸ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਹਾਂਜੀ ਬੇਟਾ ਦੇਖੋ, ਸੋ ਕਿਉਂ ਮੰਦਾ ਆਖੀਏ ਕਵਿਤਾ ਦੀ ਵਿਆਖਿਆ ਕਰਨ ਤੋਂ ਪਹਿਲਾਂ, ਸ਼ਬਦ ਦੀ ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਬੇਟਾ ਦੇਖੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਸਨ, ਪਹਿਲੇ ਗੁਰੂ ਸਨ। ਹਾਂਜੀ ਬੇਟਾ, ਉਹਨਾਂ ਦਾ ਜਨਮ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਰਤਮਾਨ ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਗੁਰੂ ਜੀ ਦੀ ਵੱਡੀ ਭੈਣ ਦਾ ਨਾਮ ਸੀ ਬੇਬੇ ਨਾਨਕੀ ਜੀ। ਲਗਭਗ 19 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਵਿਆਹ ਪਟਾਲਾ ਨਿਵਾਸੀ ਮਾਤਾ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਹਨ ਸ਼੍ਰੀ ਚੰਦ ਜੀ ਤੇ ਲਖਮੀ ਚੰਦ ਜੀ। ਗੁਰੂ ਜੀ ਨੇ ਕੁਝ ਦੇਰ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਵੀ ਕੰਮ ਕੀਤਾ ਸੀ। 38 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ, ਵੱਡੇ ਹਿੱਸੇ ਦੇ ਵਿੱਚ ਭਾਵ ਕਾਫੀ ਹਿੱਸਿਆਂ ਦੇ ਵਿੱਚ ਯਾਤਰਾਵਾਂ ਕੀਤੀਆਂ। ਇਸ ਤੋਂ ਬਾਅਦ ਉਹਨਾਂ ਨੇ 4 ਲੰਮੀਆਂ ਯਾਤਰਾਵਾਂ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀਆਂ 4 ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਯਾਤਰਾਵਾਂ ਤੋਂ ਬਾਅਦ ਗੁਰੂ ਜੀ ਨੇ ਆਪਣਾ ਬਾਕੀ ਜੀਵਨ ਕਰਤਾਰਪੁਰ ਪਾਕਿਸਤਾਨ ਵਿੱਚ ਗੁਜ਼ਾਰਿਆ ਸੀ, ਭਾਵ ਉਹਨਾਂ ਨੇ ਆਪਣਾ ਜੀਵਨ ਦਾ ਅੰਤਲਾ ਸਮਾਂ ਕਰਤਾਰਪੁਰ ਜੋ ਕਿ ਪਾਕਿਸਤਾਨ ਵਿੱਚ ਹੈ ਗੁਜ਼ਾਰਿਆ ਸੀ। 1539 ਈਸਵੀ ਵਿੱਚ ਭਾਈ ਲਹਿਣਾ ਜੀ ਨੂੰ ਗੱਦੀ ਦੇਣ ਤੋਂ ਬਾਅਦ 22 ਸਤੰਬਰ 1539 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਸਨ। ਭਾਈ ਲਹਿਣਾ ਜੀ ਹੀ ਸਿੱਖ ਧਰਮ ਦੇ ਦੂਜੇ ਗੁਰੂ ਹੋਏ ਸਨ। ਇਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਜੀ ਨੇ ਕੁੱਲ ਰਚਨਾਵਾਂ ਦੀ ਗਿਣਤੀ ਕੀਤੀ 974 ਰਚਨਾਵਾਂ ਦੀ ਗਿਣਤੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਕੁੱਲ 974 ਰਚਨਾਵਾਂ ਰਚੀਆਂ, ਜਿਨ੍ਹਾਂ ਦੀ ਗਿਣਤੀ 974 ਹੈ। ਇਹਨਾਂ ਵਿੱਚੋਂ ਜਪਜੀ ਸਾਹਿਬ, ਆਸਾਂ ਦੀ ਵਾਰ, 12 ਮਹਾ, ਸਿੱਧ ਗੋਸ਼ਟ ਆਦਿ ਪ੍ਰਮੁੱਖ ਹਨ। ਗੁਰੂ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਨਿਰੰਕਾਰ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ। ਸਮਕਾਲੀ ਹਾਲਾਤਾਂ ਦੇ ਪ੍ਰਭਾਵਾਂ ਵਿੱਚ ਚਿੰਤਾ ਵੀ ਵਿਅਕਤ ਕੀਤੀ। ਸਮਕਾਲੀ ਭਾਵ ਗੁਰੂ ਨਾਨਕ ਦੇਵ ਜੀ ਦੇ ਉਸ ਸਮੇਂ ਜਿਹੜੇ ਆਲੇ ਦੁਆਲੇ ਦੇ ਹਾਲਾਤ ਸਨ, ਉਹਨਾਂ ਪ੍ਰਤੀ ਉਹਨਾਂ ਨੇ ਚਿੰਤਾ ਵੀ ਵਿਅਕਤ ਕੀਤੀ, ਭਾਵ ਉਹਨਾਂ ਦੇ ਰਚਨਾਵਾਂ ਦੇ ਵਿੱਚ ਉਹ ਚਿੰਤਾ ਪ੍ਰਤੱਖ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਔਰਤਾਂ ਪ੍ਰਤੀ ਈਰਖਾਲੂ ਭਾਵ ਦਾ ਵਿਰੋਧ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਿਹੜੇ ਔਰਤਾਂ ਦਾ ਤਿਰਸਕਾਰ ਕਰਦੇ ਸਨ ਲੋਕ, ਉਹਨਾਂ ਦਾ ਬਹੁਤ ਸਖਤ ਵਿਰੋਧ ਕੀਤਾ, ਉਹਨਾਂ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ। ਆਮ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਪ੍ਰਭੂ ਪ੍ਰੇਮ ਲਈ ਪਿਆਰਿਆ। ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਰਚਨਾਵਾਂ ਸਨ, ਉਹਨਾਂ ਦਾ ਮੁੱਖ ਉਦੇਸ਼ ਕੀ ਸੀ ਕਿ ਲੋਕਾਂ ਨੂੰ ਪ੍ਰਭੂ ਪ੍ਰੇਮ ਦੇ ਨਾਲ ਜੋੜਿਆ ਜਾਵੇ, ਪ੍ਰਭੂ ਨਾਲ ਜੋੜਿਆ ਜਾਵੇ। ਉਹਨਾਂ ਦੀ ਬਾਣੀ ਦੇ ਵਿੱਚ ਅਰਬੀ, ਫਾਰਸੀ ਅਤੇ ਸੰਸਕ੍ਰਿਤੀ ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ, ਇਹਨਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਹਾਂਜੀ ਬੇਟਾ ਦੇਖੋ, ਅੱਗੇ ਰਚਨਾ ਹੈ ਜਿਹੜਾ ਉਹਨਾਂ ਦਾ ਸ਼ਲੋਕ ਹੈ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਹਾਂਜੀ ਬੇਟਾ ਸ਼ਬਦ ਦੇਖੋ, ਭੰਡ ਜੰਮੀਏ ਭੰਡ ਨੀਮੀਏ, ਭੰਡ ਮੰਗੇ ਵਿਆਹੋ, ਭੰਡੇ ਹੋਵੇ ਦੋਸਤੀ, ਭੰਡੇ ਚੱਲੇ ਰਾਹੋ, ਭੰਡ ਮੂਆ ਭੰਡ ਪਾਲੀਐ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਹਾਂਜੀ ਬੇਟਾ, ਭੰਡ ਦਾ ਮਤਲਬ ਔਰਤ, ਨੀਮੀਏ ਪਾਲਣ ਪੋਸ਼ਣ ਸਰੀਰਕ ਵਿਕਾਸ, ਮੰਗਣ ਮਤਲਬ ਕੁੜਮਾਈ, ਦੋਸਤੀ ਮਤਲਬ ਪਿਆਰ, ਰਾਹੋ ਮਤਲਬ ਵੰਸ਼ ਵਧਾਉਣ ਦਾ ਰਸਤਾ, ਮੂਆ ਮਤਲਬ ਮਰ ਜਾਣਾ, ਬੰਧਾਨ ਸਕੇ ਸੰਬੰਧੀ ਰਿਸ਼ਤੇਦਾਰ, ਮੰਦਾ ਮਤਲਬ ਬੁਰਾ, ਰਾਜਾਨ ਮਤਲਬ ਰਾਜਿਆਂ ਨੂੰ, ਵੱਡਿਆਂ ਨੂੰ। ਹਾਂਜੀ ਬੇਟਾ ਦੇਖੋ, ਇਹਦਾ ਪਹਿਲਾਂ ਪ੍ਰਸੰਗ ਦੇਖਦੇ ਹਾਂ। ਉਪਰੋਕਤ ਕਾਵ ਟੋਟਾ ਸਾਹਿਤ ਮਾਲਾ 10
ਪੰਜਾਬ ਪਾਠ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੋ ਕਿਉ ਮੰਦਾ ਆਖੀਐ ਵਿੱਚੋਂ ਲਿਆ ਗਿਆ ਹੈ। ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਅਤੇ ਪ੍ਰਧਾਨਤਾ ਨੂੰ ਪਛਾਣਨ ਦਾ ਸੰਦੇਸ਼ ਦਿੱਤਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਨੇ ਇਸਤਰੀ ਨੂੰ ਬੁਰਾ ਕਹਿਣ ਅਤੇ ਉਸ ਨੂੰ ਨੀਵਾਂ ਦਰਸਾਉਣ ਦੀ ਭਾਵਨਾ ਦਾ ਖੰਡਨ ਕੀਤਾ ਹੈ। ਦੇਖੋ ਗੁਰੂ ਸਾਹਿਬ ਜੀ ਕੀ ਫਰਮਾਉਂਦੇ ਹਨ ਕਿ ਮਨੁੱਖ ਦਾ ਇਸ ਸੰਸਾਰ ਵਿੱਚ ਆਗਮਨ ਔਰਤ ਦੇ ਕਾਰਨ ਹੀ ਹੋਇਆ ਹੈ। ਔਰਤ ਹੀ ਬੱਚੇ ਨੂੰ ਜਨਮ ਦਿੰਦੀ ਹੈ, ਉਹੀ ਉਸ ਦਾ ਪਾਲਣ ਪੋਸ਼ਣ ਕਰਦੀ ਹੈ, ਉਹੀ ਉਸਦੇ ਸਰੀਰਕ ਵਿਕਾਸ ਵਿੱਚ ਖਿਆਲ ਰੱਖਦੀ ਹੈ। ਪੁਰਖ ਦੇ ਵੱਡੇ ਹੋਣ 'ਤੇ ਫਿਰ ਔਰਤ ਉਸਦੀ ਕੁੜਮਾਈ ਜਾਂ ਮੰਗਣਾ ਕਰਨੇ ਦੇ ਨਾਲ ਨਾਲ ਉਸਦਾ ਵਿਆਹ ਵੀ ਹੁੰਦਾ ਹੈ। ਔਰਤ ਨਾਲ ਹੀ ਉਸਦੀ ਕੁੜਮਾਈ ਹੁੰਦੀ ਹੈ। ਦੇਖੋ ਔਰਤ ਬੱਚੇ ਨੂੰ ਜਨਮ ਦਿੰਦੀ ਹੈ, ਔਰਤ ਹੀ ਉਸਦਾ ਪਾਲਣ ਪੋਸ਼ਣ ਕਰਦੀ ਹੈ, ਔਰਤ ਹੀ ਉਸਦੇ ਸਰੀਰਕ ਵਿਕਾਸ ਦਾ ਖਿਆਲ ਰੱਖਦੀ ਹੈ। ਪੁਰਖ ਦੇ ਵੱਡੇ ਹੋਣ 'ਤੇ ਫਿਰ ਔਰਤ ਨਾਲ ਹੀ ਉਸ ਦਾ ਵਿਆਹ ਹੁੰਦਾ ਹੈ, ਕੁੜਮਾਈ ਹੁੰਦੀ ਹੈ, ਔਰਤ ਨਾਲ ਹੀ ਪ੍ਰੇਮ ਪ੍ਰਵਾਨ ਚੜ੍ਹਦਾ ਹੈ। ਇਸ ਸੰਸਾਰ ਦੇ ਰਿਸ਼ਤੇ ਬਣਦੇ ਹਨ, ਉਸ ਦੇ ਕਾਰਨ ਹੀ ਵੰਸ਼ ਪਰਿਵਾਰ ਅੱਗੇ ਚੱਲਦਾ ਹੈ। ਜੇਕਰ ਔਰਤ ਦੀ ਮੌਤ ਹੋ ਜਾਵੇ ਤਾਂ ਉਸ ਦਾ ਸਾਥ ਛੁੱਟ ਜਾਵੇ ਤਾਂ ਫਿਰ ਹੋਰ ਔਰਤ ਦੀ ਭਾਲ ਕੀਤੀ ਜਾਂਦੀ ਹੈ ਅਤੇ ਇੰਜ ਸੰਸਾਰਕ ਸਾਕਾਦਾਰੀ ਰਿਸ਼ਤੇਦਾਰੀ ਚੱਲਦੀ ਰਹਿੰਦੀ ਹੈ। ਇਸ ਲਈ ਅਜਿਹੀ ਔਰਤ ਨੂੰ ਬੁਰਾ ਕਹਿਣਾ, ਜਿਸ ਦੀ ਕੁੱਖੋਂ ਵੱਡੇ ਵੱਡੇ ਰਾਜੇ ਵੀ ਜਨਮ ਲੈਂਦੇ ਹਨ, ਮਨੁੱਖਤਾ ਨੂੰ ਸ਼ੋਭਾ ਨਹੀਂ ਦਿੰਦਾ। ਭਾਵੇਂ ਇਸ ਸੰਸਾਰ ਵਿੱਚ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਕੌਣ ਹੈ? ਔਰਤ। ਅਤੇ ਉਸ ਔਰਤ ਦਾ ਨਿਰਾਦਰ ਕਰਨਾ ਮਨੁੱਖ ਨੂੰ ਸ਼ੋਭਾ ਨਹੀਂ ਦਿੰਦਾ। ਅਗਲਾ ਪੈਰਾ ਦੇਖੋ, ਭੰਡਿਆ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਈਏ। ਕਹਿੰਦੇ ਪ੍ਰਸੰਗ ਤੁਹਾਡਾ ਸੇਮ ਰਹੇਗਾ, ਠੀਕ ਹੈ ਨਾ। ਹਾਂਜੀ ਬੇਟਾ, ਕਹਿੰਦੇ ਔਰਤ, ਗੁਰੂ ਜੀ ਔਰਤ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਕਹਿੰਦੇ ਹਨ ਕਿ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ, ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ। ਰਾਜਿਆਂ ਨੂੰ ਜਨਮ ਦੇਣ ਵਾਲੀ, ਕਹਿੰਦੇ ਨਾਨਕ ਉਪਜੇ ਭੰਡ ਬਾਜ ਨਾ ਕੋਈ, ਮਤਲਬ ਔਰਤ ਤੋਂ ਬਿਨਾਂ ਕਿਸੇ ਦਾ ਵੀ ਜਨਮ ਕੀ ਹੈ, ਸੰਭਵ ਨਹੀਂ ਹੈ। ਨਾਨਕ ਭੰਡੇ ਬਾਹਰ ਏਕੋ ਸੱਚਾ ਸੋਈ, ਜਿਤ ਮੁਖ ਸਦਾ ਸਲਾਈਏ ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਔਰਤ ਨੂੰ ਜਨਮ ਦਿੰਦੀ ਹੈ। ਉਸ ਔਰਤ ਤੋਂ ਬਿਨਾਂ ਇਸ ਮਨੁੱਖਾ ਜਗਤ ਦੇ ਵਿੱਚ ਕੋਈ ਨਹੀਂ ਹੈ। ਜੇਕਰ ਉਸਦੀ ਹੋਂਦ ਤੋਂ ਬਿਨਾਂ ਕੋਈ ਹੈ ਤਾਂ ਉਹ ਸਿਰਫ ਇੱਕੋ ਇੱਕ ਕੇਵਲ ਪਰਮਾਤਮਾ ਹੈ, ਪ੍ਰਭੂ ਪਰਮਾਤਮਾ ਹੈ। ਅਜਿਹੇ ਪ੍ਰਭੂ ਪਰਮਾਤਮਾ ਦੀ ਜਿਹੜੇ ਮੁੱਖ ਭਾਵ ਮੁੱਖ ਸਮਝਦੇ ਹੋ, ਮੂੰਹੋਂ ਸਲਾਹੁਣ ਕਰਦੇ ਹਨ, ਸਿਫਤਾਂ ਦਾ ਗੁਣਗਾਨ ਕਰਦੇ ਹਨ, ਉਹ ਬੜੇ ਹੀ ਵੱਡੇ ਭਾਗਾਂ ਵਾਲੇ ਹੁੰਦੇ ਹਨ। ਉਸਦੇ ਸਿਫਤ ਸਲਾਹ ਕਰਨ ਵਾਲਿਆਂ ਦੇ ਮੁੱਖ ਹਮੇਸ਼ਾ ਉਜਲੇ ਰਹਿੰਦੇ ਹਨ, ਭਾਵ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਗੁਣ ਗਾਉਂਦੇ ਹਨ, ਉਹਨਾਂ ਦੇ ਮੁੱਖ ਕੀ ਆ, ਹਮੇਸ਼ਾ ਉਜਲੇ ਰਹਿੰਦੇ ਹਨ, ਖਿੜੇ ਰਹਿੰਦੇ ਹਨ। ਉਹਨਾਂ ਨੂੰ ਉਸ ਪਰਮਾਤਮਾ ਦੇ ਦਰ 'ਤੇ ਜਾ ਕੇ ਕਿਸੇ ਕਿਸਮ ਦਾ ਕੋਈ ਡਰ ਜਾਂ ਭਉ ਨਹੀਂ ਰਹਿੰਦਾ, ਮਤਲਬ ਕਿਸੇ ਤਰ੍ਹਾਂ ਦਾ ਭੈ ਨਹੀਂ ਰਹਿੰਦਾ। ਕਿਸ ਦੀ ਸ਼ਰਨ ਵਿੱਚ ਜਾਣ ਵਾਲਿਆਂ ਨੂੰ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਜਾਣ ਵਾਲੇ ਮਨੁੱਖਾਂ ਨੂੰ ਕਿਸੇ ਕਿਸਮ ਦਾ ਡਰ ਜਾਂ ਭੈ ਨਹੀਂ ਰਹਿੰਦਾ। ਅੱਗੇ ਦੇਖੋ ਬੇਟਾ, ਤੁਹਾਡੇ ਇਸ ਸ਼ਬਦ ਨਾਲ ਸੰਬੰਧਿਤ ਕੁਝ 1-2 ਲਾਈਨਾਂ ਵਾਲੇ ਸ਼ਬਦ ਪ੍ਰਸ਼ਨ ਉੱਤਰ ਹਨ। ਇਹ ਤੁਸੀਂ ਨਾ ਪਹਿਲਾਂ ਤਾਂ ਤੁਸੀਂ ਇਸ ਕਵਿਤਾ ਸ਼ਬਦ ਦਾ ਕੇਂਦਰੀ ਭਾਵ, ਜੋ ਮੈਂ ਤੁਹਾਨੂੰ ਇਸ ਦੀ ਵਿਆਖਿਆ ਦੱਸੀ ਹੈ ਨਾ, ਉਹ ਵਿਆਖਿਆ ਦੋਨਾਂ ਪੈਰਿਆਂ ਦੀ ਵਿਆਖਿਆ ਜਿਹੜੀ ਉਹ ਤੁਹਾਡੀ ਕੇਂਦਰੀ ਭਾਵ ਦੇ ਵਿੱਚ ਆ ਜਾਏਗੀ, ਠੀਕ ਹੈ, ਸਾਰ ਦੇ ਵਿੱਚ ਆ ਜਾਏਗੀ। ਤੁਸੀਂ ਇਸ ਸ਼ਬਦ ਦਾ ਜਾਂ ਇਸ ਸ਼ਲੋਕ ਦਾ ਸਾਰ ਲਿਖਣਾ ਆ, ਠੀਕ ਹੈ। ਸਾਰ ਲਿਖਣ ਲਈ ਤੁਸੀਂ ਤੁੱਕਾਂ ਨਹੀਂ ਲਿਖਣੀਆਂ, ਸਿੰਪਲ ਸਾਰ ਲਿਖ ਦੇਣਾ ਆ, ਠੀਕ ਹੈ ਨਾ। ਜਿਹੜਾ ਸਾਰ ਆ ਉਹ ਤੁਸੀਂ ਦੋਨਾਂ ਪੈਰਿਆਂ ਦੀ ਵਿਆਖਿਆ ਦੀ ਸਹਾਇਤਾ ਨਾਲ ਲਿਖ ਸਕਦੇ ਹੋ। ਸਾਰ ਲਿਖਣ ਤੋਂ ਬਾਅਦ ਤੁਸੀਂ ਇਸ ਦੇ ਇਹ ਲਾਈਨ ਵਾਲੇ ਜਿਹੜੇ ਪ੍ਰਸ਼ਨ ਉੱਤਰ ਆ ਉਹ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਕਰਨੇ ਆ। ਪਹਿਲਾਂ ਆਏਗਾ, ਸੋ ਕਿਉ ਮੰਦਾ ਆਖੀਏ ਨਾਂ ਦੀ ਰਚਨਾ ਵਿੱਚ ਕੌਣ ਸਤਿਕਾਰ ਦੀ ਪਾਤਰ ਹੈ? ਇਸਤਰੀ। ਮਨੁੱਖ ਨੂੰ ਕੌਣ ਆਪਣੀ ਕੁੱਖ ਵਿੱਚ ਪਾਲਦੀ ਹੈ? ਇਸਤਰੀ। ਇਸਤਰੀ ਕਿਸ ਨੂੰ ਜਨਮ ਦਿੰਦੀ ਹੈ? ਇਸਤਰੀ ਰਾਜਿਆਂ ਅਤੇ ਵੱਡੇ ਵੱਡੇ ਲੋਕਾਂ ਨੂੰ ਜਨਮ ਦਿੰਦੀ ਹੈ। ਇੱਕ ਇਸਤਰੀ ਦੇ ਮਰਨ ਉਪਰੰਤ ਕਿਸ ਦੀ ਭਾਲ ਹੁੰਦੀ ਹੈ? ਇੱਕ ਇਸਤਰੀ ਦੇ ਮਰਨ ਉਪਰੰਤ ਦੂਜੀ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਦੇਖੋ ਆਪਾਂ ਆਪਣੇ ਸਮਾਜ ਦੇ ਵਿੱਚ ਦੇਖਦੇ ਹਾਂ, ਜੇ ਬਾਈ ਚਾਂਸ ਇੱਕ ਔਰਤ ਦਾ ਮਤਲਬ ਇਸ ਸੰਸਾਰ ਤੋਂ ਅਲਵਿਦਾ ਕਹਿ ਕੇ ਚਲੀ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਔਰਤ ਜਿਸ ਨਾਲ ਵਿਆਹੀ ਹੁੰਦੀ ਹੈ, ਉਹ ਆਦਮੀ, ਉਸਦਾ ਘਰ ਵਾਲਾ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲੈਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਸਨ? ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਸਨ?
ਪਹਿਲੇ ਸਿੱਖ ਧਰਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਧਰਮ ਦੀ ਨੀਂਹ ਰੱਖੀ ਸੀ? ਸਿੱਖ ਧਰਮ ਦੀ। ਰਾਏ ਭੋਏ ਦੀ ਤਲਵੰਡੀ ਨੂੰ ਹੋਰ ਕਿਹੜਾ ਨਾਂ ਦਿੱਤਾ ਗਿਆ ਹੈ? ਨਨਕਾਣਾ ਸਾਹਿਬ। ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਸਥਾਨ 'ਤੇ ਖੇਤੀ ਕਰਕੇ 10 ਨੋਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ ਸੀ? ਕਰਤਾਰਪੁਰ ਵਿਖੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸਨ? 4। ਉਹਨਾਂ ਦੇ ਪਿਤਾ ਜੀ ਦਾ ਨਾਮ? ਮਹਿਤਾ ਕਾਲੂ। ਬੇਟਾ ਜੀ, ਮੈਨੂੰ ਉਮੀਦ ਹੈ ਤੁਹਾਨੂੰ ਇਹ ਸ਼ਬਦ ਸਮਝ ਆ ਚੁੱਕਿਆ ਹੋਵੇਗਾ। ਤੁਸੀਂ ਅੱਜ ਇਸ ਸ਼ਬਦ ਨੂੰ ਸਮਝਣਾ ਹੈ ਵੀਡੀਓ ਨੂੰ ਬਾਰ-ਬਾਰ ਦੇਖ ਕੇ, ਅਤੇ ਫਿਰ ਇਸ ਸ਼ਬਦ ਦਾ ਸਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਦੋਨਾਂ ਜਿਹੜੀ ਮੈਂ ਦੋਨਾਂ ਪੈਰਿਆਂ ਦੀ ਤੁਹਾਨੂੰ ਵਿਆਖਿਆ ਕੀਤੀ ਹੈ, ਉਹਦੀ ਸਹਾਇਤਾ ਨਾਲ ਤੁਸੀਂ ਇਸ ਦਾ ਸਾਰ ਲਿਖਣਾ ਆ। ਫਿਰ 1-2 ਵਾਕਾਂ ਵਾਲੇ ਪ੍ਰਸ਼ਨ ਉੱਤਰ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਸਾਫ਼-ਸਾਫ਼ ਲਿਖਾਈ ਦੇ ਵਿੱਚ ਕਰਨੇ ਹਨ। ਧੰਨਵਾਦ।